Hello दोस्तों, welcome to Siddhi Punjab. Today in this video we are going to discuss the current affairs that are relevant from 28th to 30th October. सारे important current affairs ਆਪਾਂ discuss ਕਰਾਂਗੇ। ਉਸ ਤੋਂ ਪਹਿਲਾਂ the various programs that we are running for Punjab PCS preparation dedicatedly. So Punjab PCS ਦੀ prelims ਦੀ preparation ਲਈ test series ਅਸੀਂ already launch ਕਰ ਚੁੱਕੇ ਹਾਂ। As you know, ਕਦੋਂ ਵੀ the exam can be declared. So it is very important ਕਿ ਤੁਸੀਂ scheduled manner ਚ ਆਪਦੀ ਰਿਵੀਜ਼ਨ ਕਰੋ, ਆਪਦੀ ਨੌਲੇਜ ਨੂੰ ਟੈਸਟ ਕਰੋ, ਦੇਖੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ, ਕਿਹੜੇ ਏਰੀਆਜ਼ 'ਚ ਤੁਹਾਡੇ ਵੀਕਨੈਸ ਹੈ, ਕਿਹੜੇ ਸਬਜੈਕਟਸ, ਕਿਹੜੇ ਟੌਪਿਕਸ ਵੀਕ ਹੈ, ਕਿੱਥੇ ਇੰਪਰੋਵਾਈਜ਼ੇਸ਼ਨ ਚਾਹੀਦੀ ਹੈ. All of this is possible only with the test series. So you can join this test series, which is covering all the subjects, including Punjab syllabus. And sectional test ਹੋਣਗੇ ਇਸ ਦੇ ਵਿੱਚ full length test ਹੋਣਗੇ so that week by week you are able to revise all the syllabus properly. ਠੀਕ ਹੈ, ਸੋ ਇਹਨੂੰ please consider ਕਰੋ. This will help you revise the entire syllabus that you have studied till date. ਠੀਕ ਹੈ ਜੀ। ਉਸ ਤੋਂ ਬਾਅਦ mentorship program ਸਾਡਾ ਜਿਹੜਾ ਹੈ ਲਾਂਚ ਹੋ ਗਿਆ ਹੈ। ਕਰਨਾ ਕੈਸੇ ਹੈ ਪ੍ਰੋਗਰਾਮ, ਯਾਨੀ ਕਿ ਸਾਰਾ ਕੁਝ ਤੁਹਾਨੂੰ ਐਗਜ਼ਾਮ ਲਈ ਦੱਸਿਆ ਜਾਏਗਾ। ਜਿਹੜੇ ਐਕਸਪੀਰੀਅੰਸ ਪਲੇਅਰਸ ਹੈ, ਦੋਜ਼ ਆਰ ਫੇਲਿੰਗ ਅਗੇਨ ਐਂਡ ਅਗੇਨ, ਤੁਹਾਨੂੰ ਪਤਾ ਚੱਲੇਗਾ ਕਿ ਫੇਲਿਅਰ ਕਿੱਥੇ ਹੋ ਰਿਹਾ ਹੈ, ਕਿਉਂ ਐਗਜ਼ਾਮ ਕ੍ਰੈਕ ਨਹੀਂ ਹੋ ਰਿਹਾ। ਯੂ ਕੈਨ ਜੁਆਇਨ ਫॉर दैट ਪਰਪਸ। ਜਿਹੜੇ ਨਿਊਬੀਜ਼ ਹੈ, ਬਿਗਨਰਸ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਤਿਆਰੀ ਕਰਨੀ ਕਿਵੇਂ ਹੈ, ਕਿੱਥੋਂ ਪੜ੍ਹਨਾ ਹੈ, ਕਿਵੇਂ ਨੋਟਸ ਬਣਾਉਣੇ ਹੈ, ਆਨਸਰਸ ਕਿਵੇਂ ਲਿਖਣੇ ਹੈ, ਟੈਸਟ ਕਿਵੇਂ ਦੇਣੇ ਹੈ, all of that will be discussed. ਸੋ ਇਹ ਸਾਰੇ levels ਦੇ aspirants ਦੇ ਕੰਮ ਆਏਗਾ, especially if you are desiring to get that result. Do you want ਕਿ 2023-24 ਚ ਆਉਣ ਵਾਲੇ ਪੇਪਰ ਚ ਤੁਹਾਨੂੰ ਆਪਦੀ final PDF ਚ ਨਾਮ ਦਿਖੇ, then do join this program. This will help you clarify a lot of doubts. ਰਾਈਟ। ਉਸ ਤੋਂ ਬਾਅਦ ਕਰੰਟ ਅਫੇਅਰਸ ਦੀ ਮੈਗਜ਼ੀਨਸ ਤਾਂ ਤੁਹਾਨੂੰ ਸਾਈਟ ਤੇ ਮਿਲ ਹੀ ਜਾਣਗੀਆਂ। ਇਹ ਅਸੀਂ ਲੇਟੈਸਟ ਇੱਕ ਕੰਬੋ ਕ੍ਰੀਏਟ ਕੀਤਾ ਹੈ ਵਿਦ ਡਿਸਕਾਊਂਟ। ਜੋ ਬੱਚੇ ਕੰਬੋ ਲੈਣਾ ਚਾਹੁੰਦੇ ਨੇ ਜਨਵਰੀ ਤੋਂ ਲੈ ਕੇ ਇਹ ਸਾਡੀ ਅਗਸਤ ਤੱਕ ਇਹ ਕੰਬੋ ਵੀ ਮੈਨੇ ਲਾਂਚ ਕੀਤਾ ਹੈ। ਯੂ ਕੈਨ ਚੈੱਕ ਇਨ ਦਾ ਪੈਕੇजेस ਸੈਕਸ਼ਨ ਟੂ ਗੈਟ ਦਿਸ ਕੰਬੋ, ਰਾਈਟ। ਅਦਰਵਾਈਜ਼ ਇੰਡੀਵਿਜੂਅਲ ਮੈਗਜ਼ੀਨਸ ਵੀ ਤੁਸੀਂ ਬਾਏ ਕਰ ਸਕਦੇ ਹੋ, ਰਾਈਟ। ਲੈਟਸ ਗੈਟ ਇਨਟੂ ਦ ਡਿਸਕਸ਼ਨ। ਦੋ ਛੋਟੇ ਜਿਹੇ ਟੌਪਿਕ ਹੀ ਅੱਜ ਹੈ ਆਪਣੀ ਡਿਸਕਸ਼ਨ ਵਿੱਚ, ਕ੍ਰਿਪਟੋ ਸਰਚ ਐਂਡ ਡੈਥ ਆਫ ਅ ਕ੍ਰਿਕਟਰ। ਪ੍ਰੀਲਿਮਸ ਲਈ ਇੰਪੋਰਟੈਂਟ, ਮੇਨਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ, ਤੋਂ ਇਹਨਾਂ ਦੋਨਾਂ ਨੂੰ ਆਪਾਂ ਡਿਸਕਸ ਕਰਾਂਗੇ। ਲੈਟਸ ਸਟਾਰਟ ਵਿਦ ਦ ਫਰਸਟ ਟੌਪਿਕ, ਕ੍ਰਿਪਟੋ ਸਰਚ, ਰਾਈਟ। ਹੁਣ ਤੁਹਾਨੂੰ ਪਤਾ ਹੀ ਹੈ ਕ੍ਰਿਪਟੋ ਕਰੰਸੀ ਬਹੁਤ ਜ਼ਿਆਦਾ ਫੇਮਸ ਹੋਈ ਹੈ, ਬਹੁਤ ਜ਼ਿਆਦਾ ਪਪੂਲੈਰਿਟੀ ਗੇਨ ਕਰ ਰਹੀ ਹੈ ਬਿਕੋਜ਼ ਆਫ ਇਟਸ ਬੈਨੀਫਿਟਸ, ਰਾਈਟ, ਐਂਡ ਬਿਕੋਜ਼ ਆਫ ਇਟਸ ਥ੍ਰੈਟਸ। ਸੋ ਇਹ ਤੇ ਆਪਾਂ ਨੂੰ ਪ੍ਰੀਲਿਮਸ ਦੇ ਆਨਸਰਸ ਆਣਾ, ਐਸੇ ਸਾਇੰਸ ਐਂਡ ਟੈਕ ਵਿੱਚ ਇਹਦੇ ਪਿੱਛੇ ਜੋ ਟੈਕਨੋਲੋਜੀ ਹੈ ਉਸ ਤੇ ਆਣਾ, ਇਕੋਨਮੀ ਨਾਲ ਬੇਸਡ ਇਹ ਤੇ ਆਣਾ, ਜਾਂ ਸੋਸਾਇਟੀ ਤੇ ਇਹਦਾ ਕਿਆ ਇੰਪੈਕਟ ਹੋ ਸਕਦਾ ਹੈ, ਜਾਂ ਐਸੇ ਆਣਾ, ਕਿਸੇ ਵੀ ਪਰਸਪੈਕਟਿਵ ਤੋਂ ਇਹ ਪੁੱਛਿਆ ਜਾ ਸਕਦਾ ਟੌਪਿਕ। ਤਾਂ ਇਹਦੇ ਤੇ ਆਪਾਂ ਨੂੰ ਇਨਫੋਰਮੇਸ਼ਨ ਪੁਆਇੰਟਸ ਜਿੰਨੇ ਵੀ ਮਿਲਣ ਉਹ ਇੰਪੋਰਟੈਂਟ ਹੋ ਜਾਂਦੇ ਹੈ। ਤਾਂ ਉਹੀ ਕੁਝ ਪੁਆਇੰਟਸ ਆਪਾਂ ਇਸ 'ਚ ਡਿਸਕਸ ਕਰਾਂਗੇ। ਸੋ ਫਰਸਟ ਪੁਆਇੰਟ ਤਾਂ ਇੱਕ ਡਾਟਾ ਬੇਸਡ ਆਬਜ਼ਰਵੇਸ਼ਨ ਹੈ, ਜਿਹੜਾ ਕਿ ਕਹਿ ਰਿਹਾ ਹੈ ਕਿ ਇੰਡੀਆ ਹੈਜ਼ ਬਿਕਮ ਦੀ ਵਰਲਡ ਸੈਕਿੰਡ ਲਾਰਜੈਸਟ ਕ੍ਰਿਪਟੋ ਕਰੰਸੀ ਮਾਰਕੀਟ, ਓਨਲੀ ਬਿਹਾਈਂਡ US। ਠੀਕ ਹੈ, ਕਹਿਣ ਦਾ ਮਤਲਬ ਹੈ ਕ੍ਰਿਪਟੋ ਕਰੰਸੀ ਵਿੱਚ ਲੈਣ ਦੇਣ ਜਿਹੜਾ ਹੈ ਉਹ ਸੈਕਿੰਡ ਹਾਈਐਸਟ ਇੰਡੀਆ ਦੇ ਵਿੱਚ ਹੋ ਰਿਹਾ ਹੈ। ਬਾਇੰਗ ਐਂਡ ਸੈਲਿੰਗ ਆਫ cryptocurrency is happening at the second level after US in the entire world. ठीक है, सो ये काफी ਕੰਸਰਨਿੰਗ ਸਿਚੁਏਸ਼ਨ ਹੈ। ਕੰਸਰਨਿੰਗ ਬਿਕੋਜ਼ ਹਜੇ ਕ੍ਰਿਪਟੋ ਕਰੰਸੀ ਨੂੰ ਕੋਈ ਰੈਗੂਲੇਟ ਨਹੀਂ ਕਰ ਰਿਹਾ ਹੈ। ਤੁਹਾਨੂੰ ਕ੍ਰਿਪਟੋ ਕਰੰਸੀ ਨਾਲ ਕੋਈ ਵੀ ਇਸ਼ੂ ਹੋ ਗਿਆ ਕੱਲ ਨੂੰ ਚੱਲ ਕੇ, ਯੂ ਕੈਨੋਟ ਕੰਪਲੇਨ ਟੂ ਐਨੀ ਅਥਾਰਟੀ ਇਨ ਇੰਡੀਆ ਔਰ ਦੀ ਵਰਲਡ। ਠੀਕ ਹੈ, ਸੋ ਇਸੇ ਲਈ ਇਹ ਕਾਫੀ ਕੰਸਰਨਿੰਗ ਜਾਂ ਐਟਲੀਸਟ ਧਿਆਨ ਦੇਣ ਵਾਲੀ ਸਿਚੁਏਸ਼ਨ ਹੈ। ਇਹ ਡਾਟਾ ਪੁਆਇੰਟ ਨੂੰ ਯਾਦ ਰੱਖੋ, ਆਪਦੇ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਨੈਕਸਟ ਇੰਪੋਰਟੈਂਟ ਸਟੇਟਮੈਂਟ ਹੈਗੀ ਹੈ ਜਿਹੜੀ ਕਿ ਤੁਹਾਡੀ ਐਸੇ ਦਾ ਟੌਪਿਕ ਵੀ ਬਣ ਸਕਦੀ ਹੈ। फाइनेंस मिनिस्टर निर्मला सीतारमन ने यह किया है कि क्रिप्टो इज अ थ्रेट एज वेल एज एन अपॉर्चुनिटी। ठीक है, क्रिप्टो इज अ थ्रेट एज वेल एज एन अपॉर्चुनिटी। इस ते ਤੁਹਾਨੂੰ ਸਿੱਧਾ ਐਸੇ ਵੀ ਲਿਖਣਾ ਆ ਸਕਦਾ ਹੈ। ਸੋ ਇਹ ਜੀ ਚੀਜ਼ਾਂ ਤੇ ਥॉट प्रोसेस ਚਲਾਓ। also this statement as such you can use in your answers or essays by using the name of finance minister in your essays or answers, you can gain extra points, right? So ਥ੍ਰੈਟ ਦੇਖੋ, ਕ੍ਰਿਪਟੋ ਥ੍ਰੈਟ ਕਿਉਂ ਹੁੰਦਾ ਹੈ? ਬਹੁਤ ਸਾਰੇ ਇਸ਼ੂਜ਼ ਹੈ ਕ੍ਰਿਪਟੋ ਨਾਲ ਰਿਲੇਟਡ। ਵੈਨ ਯੂ ਵਿਲ ਰੀਡ ਦਿਸ ਟੌਪਿਕ ਇਨ ਡਿਟੇਲ ਤੁਹਾਨੂੰ ਪਤਾ ਚੱਲੇਗਾ। ਇੱਥੇ ਮੈਂ ਬ੍ਰੌਡਲੀ ਕੁਝ ਇਸ਼ੂਜ਼ ਪ੍ਰੈਜ਼ੈਂਟ ਕੀਤੇ ਹੈ। ਕ੍ਰਿਪਟੋ ਵਿੱਚ ਫਰॉड्स ਬਹੁਤ ਜ਼ਿਆਦਾ ਹੋ ਰਹੇ ਹੈ ਕਿਉਂਕਿ ਕ੍ਰਿਪਟੋ ਕਰੰਸੀ ਬਾਰੇ ਜ਼ਿਆਦਾ ਨੌਲੇਜ ਨਹੀਂ ਹੈ ਲੋਕਾਂ ਨੂੰ। ਟੈਕਨੋਲੋਜੀ ਹੈਵੀ ਇਹ
ਸਿਸਟਮ ਹੈ। ਸੋ ਇਸੇ ਲਈ ਫਰਾਡ ਦੇ ਚਾਂਸਸ ਬਹੁਤ ਜ਼ਿਆਦਾ ਹੋ ਰਹੇ ਨੇ ਇਸ ਤੋਂ। ਟੈਕਸ ਇਵੇਜਨ ਥਰੂ ਕ੍ਰਿਪਟੋਕਰੰਸੀ ਬਹੁਤ ਹੈ, ਐਜ਼ ਆਈ ਟੋਲਡ ਯੂ ਇਹਦੀ ਕੋਈ ਰੈਗੂਲੇਸ਼ਨ ਨਹੀਂ ਹੈ, ਕੋਈ ਗਵਰਨਮੈਂਟ ਕੋਈ ਸੈਂਟਰਲ ਬੈਂਕ ਇਹਨੂੰ ਰੈਗੂਲੇਟ ਨਹੀਂ ਕਰ ਰਿਹਾ। ਲੋਕ ਕਿੰਨੇ ਪੈਸੇ ਇੱਥੇ ਲਾਈ ਜਾ ਰਹੇ ਨੇ ਉਹਦਾ ਪਤਾ ਕਰਨਾ ਬਹੁਤ ਡਿਫਿਕਲਟ ਹੋ ਜਾਂਦਾ ਹੈ, ਰਾਈਟ। ਸੋ ਹੁਣ ਜਦੋਂ ਰੈਗੂਲੇਸ਼ਨ ਨਹੀਂ ਹੈ ਇਹਦੇ ਕਰਕੇ ਕੀ ਹੁੰਦਾ ਹੈ, ਇਹ ਵਾਲੀ ਮਨੀ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਨੂੰ ਵਧਾਵਾ ਦਿੰਦੀ ਹੈ, ਯਾਨੀ ਕਿ ਟ੍ਰੈਫਿਕਿੰਗ, ਡਰੱਗਸ, ਇਹਨਾਂ ਸਭ ਦੇ ਧੰਦੇ ਜਿਹੜੇ ਹੈ ਹੁਣ ਕ੍ਰਿਪਟੋ 'ਚ ਵੀ ਚੱਲ ਰਹੇ ਨੇ ਕਾਫੀ ਹਾਈ ਲੈਵਲ ਤੇ। ਇਸੇ ਤਰੀਕੇ ਨਾਲ ਟੈਰਰਿਸਟ ਵੀ ਕ੍ਰਿਪਟੋ ਕਰੰਸੀ ਨੂੰ ਯੂਜ਼ ਕਰਨ ਲੱਗ ਗਿਆ ਫॉर देयर ਬਲੈਕ ਔਰ देयर ਇਲੀਗਲ ਐਕਟੀਵਿਟੀਜ਼, ਠੀਕ ਹੈ। ਸੋ ਇਨਡਾਇਰੈਕਟਲੀ ਇਹ ਇੰਪੈਕਟ ਹੋ ਰਿਹਾ ਹੈ। ਵੋਲੇਟਿਲਿਟੀ ਬਹੁਤ ਜ਼ਿਆਦਾ ਹੈ, ਕਿਵੇਂ ਇਹਦੇ ਰੇਟ ਵੱਧਦੇ ਘਟਦੇ ਰਹਿੰਦੇ ਹੈ, ਯੂ ਕੈਨੋਟ ਕੰਟਰੋਲ। ਆਪਾਂ ਸਟਾਕ ਮਾਰਕੀਟ ਨੂੰ ਕਹਿੰਦੇ ਆ ਕਿ ਜੀ ਹਾਰਟ ਅਟੈਕ ਦੇ ਰਹੀ ਹੈ ਲੋਕਾਂ ਨੂੰ, ਬਹੁਤ ਹੀ ਵੋਲੇਟਾਈਲ ਹੈ, ਬਟ ਅਗਰ ਕ੍ਰਿਪਟੋ ਕਰੰਸੀ ਤੁਸੀਂ ਦੇਖੋ ਇਹ ਉਹ ਤੋਂ ਵੀ ਜ਼ਿਆਦਾ ਵੋਲੇਟਾਈਲ ਹੁੰਦੀ ਹੈ, ਰਾਈਟ। એનર્ਜੀ ਕੰਜ਼ੰਪਸ਼ਨ ਬਹੁਤ ਹੈ, ਕ੍ਰਿਪਟੋ ਕਰੰਸੀ ਇਜ਼ ਆਲ ਬੇਸਡ ਔਨ ਮਾਈਨਿੰਗ ਵਾਲੇ ਕਨਸੈਪਟ ਤੇ ਚੱਲਦੀ ਹੈ, ਵਿਚ ਰਿਕੁਆਇਰਸ એનર્ਜੀ। ਇਹ ਸਾਰਾ ਕੰਪਿਊਟਰ ਪ੍ਰੋਸੈਸ ਹੀ ਹੈ, ਇਹ ਕਿਹੜਾ ਫਿਜ਼ੀਕਲ ਕਰੰਸੀ ਹੈ। ਸੋ ਇਟ ਯੂਜ਼ਸ ਕੰਜ਼ਿਊਮਸ ਹਿਊਜ ਅਮਾਊਂਟ ਆਫ એનર્ਜੀ, ਬਹੁਤ ਵੱਡਾ ਕੰਸਰਨ ਹੈ ਇਹਦਾ। ਐਂਡ ਫਾਈਨਲ ਬਹੁਤ ਵੱਡਾ ਇਸ਼ੂ ਕਿ ਕੋਈ ਰੈਗੂਲੇਸ਼ਨ ਨਹੀਂ ਹੈ, ਕੋਈ ਗ੍ਰੇਵੀਅੰਸ ਰਿਡਰਸਲ ਮੈਕੈਨਿਜ਼ਮ ਨਹੀਂ ਹੈ। ਕੱਲ ਨੂੰ ਤੁਹਾਨੂੰ ਕੋਈ ਇਸ਼ੂ ਹੋ ਜਾਂਦਾ ਕ੍ਰਿਪਟੋ ਕਰੰਸੀ ਨਾਲ, ਕੋਈ ਤੁਹਾਡੇ ਨਾਲ ਫਰਾਡ ਹੋ ਜਾਂਦਾ ਹੈ, ਦੇਰ ਇਜ਼ ਐਨੀਥਿੰਗ ਦੈਟ ਹੈਪਨਸ, ਦੇਰ ਇਜ਼ ਨੋ ਸੈਟ ਗਾਈਡਲਾਈਨਸ ਔਨ ਕ੍ਰਿਪਟੋ ਕਰੰਸੀ, ਠੀਕ ਹੈ। ਸੈਂਟਰਲ ਬੈਂਕ ਦੇ ਕੰਟਰੋਲ ਦੇ ਅੰਡਰ ਵੀ ਨਹੀਂ ਹਜੇ ਤੱਕ ਆ ਰਹੀ। ਸੋ ਇਸੇ ਕਰਕੇ ਕਹਿ ਰਹੇ ਨੇ ਥ੍ਰੈਟ ਹੈ, ਓਪਰਚੁਨਿਟੀ ਵੀ ਹੈ। ਓਪਰਚੁਨਿਟੀ ਕਿਵੇਂ ਹੈ, ਦੇਖੋ ਕ੍ਰਿਪਟੋ ਕਰੰਸੀ ਆਨਲਾਈਨ ਪੇਮੈਂਟਸ, ਡਿਜੀਟਲ ਪੇਮੈਂਟਸ ਦੇ ਸਪੀਅਰ ਨੂੰ ਟਰਾਂਸਫਾਰਮ ਕਰ ਸਕਦੀ ਹੈ। ਸਪੈਸ਼ਲੀ ਇਹਦੇ ਪਿੱਛੇ ਜੋ ਟੈਕਨੋਲੋਜੀ ਹੈ, ਬਲੌਕਚੇਨ ਟੈਕਨੋਲੋਜੀ, ਉਹਦੇ ਬਹੁਤ ਜ਼ਿਆਦਾ ਯੂਜ਼ਸ ਹੈ। ਸੋ ਇਹਨਾਂ ਨੂੰ ਮਿਲਾ ਕੇ ਕਹਿ ਸਕਦੇ ਹਾਂ ਕਿ ਕ੍ਰਿਪਟੋ ਜਿਹੜੀ ਹੈ ਇੱਕ ਓਪਰਚੁਨਿਟੀ ਵੀ ਪ੍ਰੈਜ਼ੈਂਟ ਕਰ ਰਹੀ ਹੈ, ਬਟ ਥ੍ਰੈਟਸ ਵੀ ਬਹੁਤ ਹੈ। ਇਸ ਤਰੀਕੇ ਨਾਲ ਤੁਹਾਨੂੰ ਐਨਰਿਚਡ ਐਸੇ ਲਿਖਣਾ ਹੋਏਗਾ ਅਗਰ ਇਸ ਟੌਪਿਕ ਤੇ ਆ ਜਾਂਦਾ। ਟਰਾਈ ਟੂ ਥਿੰਕ ਔਨ ਦਿਸ, ਯੂ ਕੈਨ also write an essay on this topic and share it with me on this number. I'll try to evaluate that for you, right? But write a good informative essay which has data, which has examples, right? So and then you can share it with me on this number. ਠੀਕ ਹੈ ਜੀ। ਹੁਣ ਅੱਗੇ ਚੱਲ ਕੇ ਕਿਆ ਕੀਤਾ ਜਾ ਸਕਦਾ ਹੈ, ਕ੍ਰਿਪਟੋ ਤਾਂ ਵੱਧ ਹੀ ਰਹੇ ਨੇ, ਬਟ ਅੱਗੇ ਚੱਲ ਕੇ ਕਿਆ ਕਰਨਾ ਹੈ। ਸਭ ਤੋਂ ਇੰਪੋਰਟੈਂਟ ਨੀਡ ਹੈ ਰੈਗੂਲੇਸ਼ਨ ਦੀ। ਐਜ਼ ਆਈ ਟੋਲਡ ਯੂ ਕਿ ਕੋਈ ਵੀ ਹਜੇ ਤੱਕ ਏਜੰਸੀ ਇਹਨੂੰ ਅੱਛੇ ਤਰੀਕੇ ਨਾਲ ਰੈਗੂਲੇਟ ਨਹੀਂ ਕਰ ਰਹੀ ਪੂਰੇ ਵਰਲਡ ਵਿੱਚ ਹੀ, ਤਾਂ ਗਲੋਬਲ ਰੈਗੂਲੇਸ਼ਨ ਲਿਆਉਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਫਾਈਨੈਂਸ ਮਿਨਿਸਟਰ ਨੇ ਆਪਣੇ ਨਿਰਮਲਾ ਸੀਤਾਰਮਨ ਜੀ ਨੇ ਆਪਣੀ G20 ਦੀ ਮੀਟ ਦੇ ਦੌਰਾਨ ਜ਼ਰੂਰ ਇਹ ਮੁੱਦਾ ਉਠਾਇਆ ਸੀ ਕਿ ਸਾਨੂੰ ਇੱਕ ਰੋਡ ਮੈਪ ਬਣਾਉਣਾ ਹੈ, ਗਲੋਬਲ ਰੋਡ ਮੈਪ ਬਣਾਉਣਾ ਚਾਹੀਦਾ ਹੈ ਫॉर ਰੈਗੂਲੇਸ਼ਨ ਆਫ ਕ੍ਰਿਪਟੋ ਕਰੰਸੀ। ਦਿਸ ਇਜ਼ ਅ ਸਟੈਪ ਇਨ ਰਾਈਟ ਡਾਇਰੈਕਸ਼ਨ। ਇਹਨੂੰ ਅੱਗੇ ਜਾ ਕੇ ਐਕਚੁਅਲ ਇੰਪਲੀਮੈਂਟੇਸ਼ਨ ਆਪਾਂ ਨੇ ਦੇਖਣੀ ਚਾਹੀਦੀ ਹੈ, ਰਾਈਟ, ਤਾਂ ਕਿ ਇੱਕ ਕੰਪਰੀਹੈਂਸਿਵ ਰੈਗੂਲੇਟਰੀ ਤੇ ਸੁਪਰਵਾਈਜ਼ਰੀ ਮਕੈਨਿਜ਼ਮ ਜਿਹੜਾ ਹੈ ਕ੍ਰਿਪਟੋ ਕਰੰਸੀ ਦੇ ਰਿਲੇਟਡ ਜਿਹੜਾ ਹੈ ਸੈਟਅਪ ਕੀਤਾ ਜਾ ਸਕੇ, ਰਾਈਟ। ਫਰਸਟਲੀ ਤਾਂ ਇਹ ਸਟੈਪ ਲਿੱਤਾ ਜਾਣਾ ਚਾਹੀਦਾ ਹੈ। ਸੈਕੰਡ, FATF ਨੇ ਵੀ ਇਹ ਪ੍ਰਪੋਜ਼ ਕੀਤਾ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜਿਹੜੀ ਕਿ ਐਂਟੀ ਮਨੀ ਲਾਂਡਰਿੰਗ, ਐਂਟੀ ਟੈਰਰਿਸਟ ਫਾਈਨੈਂਸਿੰਗ ਨੂੰ ਫੋਰਸ ਕਰਨ ਲਈ ਬਣਾਈ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਵਰਚੁਅਲ ਐਸੈਟਸ ਤੇ ਵੀ ਰੈਗੂਲੇਸ਼ਨਸ ਵਗੈਰਾ ਲਗਾਈਆਂ ਜਾਣ। ਜੋ ਸਟੈਂਡਰਡਸ, ਜੋ ਫਾਈਨੈਂਸ਼ੀਅਲ ਸਟੈਂਡਰਡਸ ਆਪਾਂ ਨਾਰਮਲ ਕਰੰਸੀ ਤੇ ਲਗਾਏ ਹੋਏ ਹੈ FATF ਦੇ, ਉਹ ਵਰਚੁਅਲ ਐਸੈਟਸ ਤੇ ਵੀ ਇੰਪਲੀਮੈਂਟ ਕੀਤੇ ਜਾਣ, ਰਾਈਟ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਅਸ ਟੂ ਟੇਕ ਥੀਸ ਸਟੈਪਸ। ਇਹ ਕੁਝ ਪੁਆਇੰਟਸ ਆਪਦੇ ਕੋਲ ਲਿਖ ਕੇ ਰੱਖੋ, ਥੀਸ ਵਿਲ ਹੈਲਪ ਯੂ ਰਾਈਟ ਆਨਸਰਸ, ਠੀਕ ਹੈ। ਜਿਹੜਾ ਕੰਪਲੀਟ ਆਨਸਰ ਹੈ ਉਹ ਤਾਂ ਦੇਖੋ ਉਦੋਂ ਹੀ ਬਣ ਪਾਏਗਾ ਜਦੋਂ ਤੁਸੀਂ ਸਟੈਟਿਕ ਵਿੱਚ ਆਪਦਾ ਕ੍ਰਿਪਟੋ ਕਰੰਸੀ ਦਾ ਨਾਰਮਲ ਟੌਪਿਕ ਪਹਿਲਾਂ ਕਵਰ ਕਰ ਲਵੋਗੇ, ਫਿਰ ਐਵੇਂ ਨਿਊਜ਼ ਦੇ ਥਰੂ ਇਸ ਤਰੀਕੇ ਨਾਲ ਇੱਕ ਦੋ ਦੋ ਤਿੰਨ ਕਰਕੇ ਪੁਆਇੰਟਸ ਜਿਹੜੇ ਆ ਤੁਸੀਂ ਡੇਲੀ ਬੇਸਿਸ ਤੇ ਐਡ ਕਰਦੇ ਰਹੋ, ਰਾਈਟ। ਦਿਸ ਇਜ਼ ਹਾਊ ਯੂ ਕੈਨ ਮੇਕ ਯੋਰ ਕੰਪਲੀਟ ਨੋਟਸ। ਨਾਓ ਇੱਕ ਨੈਕਸਟ ਨਿਊਜ਼ ਆਈਟਮ ਜਿਹੜੀ ਹੈ ਆਪਣੀ ਕਰੰਟ ਅਫੇਅਰਸ ਦੇ ਬੇਸਿਸ ਤੇ ਹੈ। ਪ੍ਰੀਲਿਮਸ ਤੇ ਕਈ ਵਾਰ ਪਰਸਨੈਲਿਟੀ ਬੇਸਡ ਕੁਐਸਚਨਸ ਆ ਜਾਂਦੇ ਆ, ਉਹਦੇ ਲਈ ਆਪਾਂ ਇਹ ਡਿਸਕਸ ਕਰ ਰਹੇ ਹਾਂ। ਸੋ ਬਿਸ਼ਨ ਸਿੰਘ ਬੇਦੀ ਬਹੁਤ ਹੀ ਫੇਮਸ ਜਿਹੜੇ ਨੇ ਕ੍ਰਿਕਟਰ ਰਹੇ ਨੇ, ਇਹਨਾਂ ਦੀ ਡੈਥ ਹੋ ਗਈ ਹੈ। ਸੋ ਇਟ ਕੈਨ ਬੀ ਆਸਕਡ ਇਨ ਨਿਊਜ਼। ਇਹਨਾਂ ਨੂੰ ਪਦਮ ਸ਼੍ਰੀ ਵੀ ਅਵਾਰਡ ਕੀਤਾ ਗਿਆ ਸੀ 1970 ਵਿੱਚ, ਤੇ CK ਨਾਇਡੂ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ 2004 ਵਿੱਚ ਦਿੱਤਾ ਗਿਆ ਸੀ, ਰਾਈਟ। ਅਗਰ ਇਹਨੂੰ ਯਾਦ ਰੱਖਣਾ ਚਾਹੁੰਦੇ ਹੋ, ਅੰਗਦ ਬੇਦੀ ਇਹਨਾਂ ਦੇ ਬੇਟੇ ਨੇ ਜਿਹੜੇ ਕਿ ਮੂਵੀਜ਼ ਵਗੈਰਾ 'ਚ ਕੰਮ ਕਰ ਚੁੱਕੇ ਨੇ। ਨੇਹਾ ਧੂਪੀਆ ਜੋ ਇਹਨਾਂ ਦੀ ਵਾਈਫ ਹੈ, ਇਹ ਸਭ ਨਾਲ ਤੁਸੀਂ ਰਿਲੇਟ ਕਰਕੇ ਯਾਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਸੋ ਦਿਸ ਕ੍ਰਿਕਟਰ has made lot of name
ਸਲੋ ਲੈਫਟ ਆਰਮ ਬੋਲਰ ਰਹੇ ਨੇ ਇਹ, ਐਂਡ ਇਹਨਾਂ ਦੀ ਹੁਣ ਡੈਥ ਹੋ ਗਈ ਹੈ। ਇਸ ਲਈ ਤੁਸੀਂ ਦੇਖੋ ਕਿ ਸੰਡੇ ਦੇ ਇੰਡੀਆ ਇੰਗਲੈਂਡ ਮੈਚ ਦੇ ਵਿੱਚ ਵੀ ਇੰਡੀਅਨ ਪਲੇਅਰਸ ਨੇ ਬਲੈਕ ਬਲੈਕ ਰਿਬਨ ਕਾਈਂਡ ਆਫ ਬਲੈਕ ਕੱਪੜਾ ਜਿਹੜਾ ਹੈ ਆਪਣੀ ਲੈਫਟ ਆਰਮ ਤੇ ਬੰਨਿਆ ਹੋਇਆ ਸੀ ਸਾਰਿਆਂ ਨੇ, ਇਨ ਰਿਮੈਂਬਰੈਂਸ ਆਫ ਦੀ ਡੈਥ ਆਫ ਦਿਸ ਗ੍ਰੇਟ ਪਰਸਨੈਲਿਟੀ। ਦੈਟ ਇਜ਼ ਅ ਟ੍ਰੈਡੀਸ਼ਨ ਦੈਟ ਕ੍ਰਿਕਟਰਸ ਫੋਲੋ, ਰਾਈਟ। ਸੋ ਇਹ ਯਾਦ ਰੱਖਣਾ ਹੈ, ਕਈ ਵਾਰ ਪਰਸਨੈਲਿਟੀ ਬੇਸਡ ਕੁਐਸਚਨਸ ਆ ਜਾਂਦੇ ਆ, right? That is all for this discussion. If you have any doubt, query with regard to your preparation for PPSC or UPSC, just contact us on this number. We are there to assist you. Thank you so much for joining.